हाँ जी, सत श्री अकाल जी। मैं वरिंदर सिंह स्वागत करता आप सब जी ਤੁਹਾਡੇ ਆਪਣੇ ਪੀਬੀ ਕੇ ਚੈਨਲ ਉੱਤੇ। ਇੱਕ ਅਪੀਲ ਆ ਜੀ ਆਪ ਸਭ ਜੀ ਦੇ ਸਾਹਮਣੇ, ਜੇਕਰ ਕੋਈ ਵੀਡੀਓ 'ਚ ਕਮੀ ਸ਼ਮੀ ਲੱਗਦੀ ਆ ਤੇ ਸਾਨੂੰ ਨੀਚੇ ਕਮੈਂਟ 'ਚ ਲਿਖ ਕੇ ਜ਼ਰੂਰ ਦੱਸਿਆ ਕਰੋ ਵੀ ਕਿਹੜੀ ਕਮੀ ਆ, ਤਾਂ ਜੋ ਅਸੀਂ ਉਹਦੇ ਤੇ ਆਪਣਾ ਕੰਮ ਕਰ ਸਕੀਏ, ਉਸ ਕਮੀ ਨੂੰ ਆਪਣੀ ਨੂੰ ਸੁਧਾਰ ਸਕੀਏ। ਆਪਣਾ ਇੱਕ ਕੀਮਤੀ ਲਾਈਕ ਤੇ ਇੱਕ ਤੁਹਾਡਾ ਇੱਕ ਕੀਮਤੀ ਕਮੈਂਟ ਕਰਕੇ ਸਾਡਾ ਹੌਸਲਾ ਜ਼ਰੂਰ ਵਧਾਉਂਦੇ ਰਹੋ। ਤੇ ਹਰ ਵੀਡੀਓ ਦੇ ਐਂਡ ਵਿੱਚ ਇੱਕ ਐਂਡ ਸਕਰੀਨ ਸ਼ੋ ਹੋਏਗੀ ਤੁਹਾਡੇ ਸਾਹਮਣੇ, ਜਿਹਦੇ ਵਿੱਚ ਲਿਖਿਆ ਹੋਏਗਾ ਵਾਚ ਨੈਕਸਟ। ਜਿਵੇਂ ਤੁਸੀਂ ਉਹਦੇ ਤੇ ਕਲਿੱਕ ਕਰੋਗੇ ਤੁਹਾਡਾ ਅਗਲਾ ਐਪੀਸੋਡ ਚੱਲ ਜਾਏਗਾ। ਜੇਕਰ ਅਗਲਾ ਐਪੀਸੋਡ ਨਹੀਂ ਚੱਲਦਾ, ਪਿਛਲਾ ਹੀ ਚੱਲਦਾ ਪਿਆ, ਫਿਰ ਇਹਦਾ ਮਤਲਬ ਅਜੇ ਤੱਕ ਉਹ ਅਗਲਾ ਐਪੀਸੋਡ ਨਹੀਂ ਆਇਆ। ਤੇ ਜਿਵੇਂ ਉਹ ਐਪੀਸੋਡ ਆ ਜਾਏਗਾ ਉੱਥੇ ਅਪਡੇਟ ਕਰ ਦਿੱਤਾ ਜਾਏਗਾ ਐਂਡ ਸਕਰੀਨ ਤੇ ਤੁਹਾਨੂੰ ਉੱਥੇ ਲਿੰਕ ਮਿਲ ਜਾਏਗਾ ਅਗਲੇ ਐਪੀਸੋਡ ਦਾ। ਠੀਕ ਹੈ ਜੀ, ਤਾਂ ਜੋ ਤੁਹਾਨੂੰ ਕਿਧਰੇ ਹੋਰ ਨਾ ਭਟਕਣਾ ਪਵੇ, ਸਿੱਧਾ ਤੁਸੀਂ ਨੈਕਸਟ ਵੀਡੀਓ ਤੇ ਕਲਿੱਕ ਕਰੋ ਤੇ ਆਪਣਾ ਅਗਲਾ ਐਪੀਸੋਡ ਦੇਖ ਸਕੋ। ਸੋ ਚਲੋ ਸ਼ੁਰੂ ਕਰਦੇ ਆਪਣੀ ਫ੍ਰੀ ਸੀਰੀਜ਼ ਪਤਾ ਨਹੀਂ ਤੇ ਚੀ ਇਨ ਪੰਜਾਬੀ। ਸੋ ਜੀ 129 ਨੰਬਰ ਪੇਜ ਆਪਣੇ ਕਾਲ ਕੰਪਲੀਟ ਹੋ ਗਏ ਸੀ ਲਾਸਟ ਵੀਡੀਓ 'ਚ। ਅੱਜ ਸ਼ੁਰੂ ਕਰਨ ਲੱਗੇ 130 ਨੰਬਰ ਪੇਜ। ਤੇ ਇੱਥੇ ਟਾਈਟਲ ਇਹਦਾ ਤਰਾਇਨੋ ਦੀ ਉਨ ਵਹੀਕਲੋ ਇਨ ਆਵਾਰੀਆ, ਗੱਡੀ ਦੇ ਖਰਾਬ ਹੋਣ ਤੇ ਉਹਨੂੰ ਖਿੱਚਿਆ ਜਾਣਾ। ਭਾਗ ਪਹਿਲਾ ਇਹਦਾ। ਵਧਿਆ ਪਹਿਲੇ ਸਵਾਲ ਤੇ। Di norma non si può trainare o essere trainati da più di un veicolo। ਇੱਕ ਗੱਲ ਮੈਨੂੰ ਸ਼ੋਰ ਕਰਕੇ ਦੱਸਿਓ ਵੀ, ਚੈੱਕ ਕਰ ਲਿਓ ਇੱਕ ਵਾਰ, ਜਿਹੜਾ ਜ਼ੂਮ ਹੈ ਉਹ ਤੁਹਾਨੂੰ ਸਹੀ ਤਰੀਕੇ ਨਾਲ ਨਜ਼ਰ ਆ ਰਿਹਾ, ਜਿਹੜੇ ਅੱਖਰ ਲਿਖੇ ਹੋਏ ਨੇ ਸਹੀ ਤਰੀਕੇ ਨਾਲ ਨਜ਼ਰ ਆ ਰਹੇ ਕਿ ਨਹੀਂ ਆ ਰਹੇ, ਕਿਉਂਕਿ ਥੋੜ੍ਹਾ ਜਿਹਾ ਜ਼ੂਮ ਮੈਂ ਘੱਟ ਕੀਤਾ। ਜੇਕਰ ਸਭ ਕੁਝ ਓਕੇ ਆ ਤਾਂ ਮੈਨੂੰ ਨੀਚੇ ਕਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸਿਓ। ਦੀ ਨੋਰਮਾ ਕਾਨੂੰਨ ਦੇ ਹਿਸਾਬ ਨਾਲ ਨੋਨ ਸੀ ਪੋ ਤਰਾਇਨਾਰੇ, ਨਹੀਂ ਖਿੱਚ ਸਕਦੇ। ਉਹ ਇਸ ਤਰ੍ਹਾਂ ਤਰਾਇਨਾਤੀ ਜਾਂ ਨਹੀਂ ਖਿਚਵਾ ਸਕਦੇ ਦਾ ਪਿਊ ਦੀ ਉਨ ਵਹੀਕਲੋਂ, ਇੱਕ ਗੱਡੀ ਤੋਂ ਜ਼ਿਆਦਾ ਨਾ ਆਪਾਂ ਨੂੰ ਗੱਡੀ ਕੋਈ ਖਿੱਚ ਸਕਦੀ ਅਤੇ ਨਾ ਆਪਾਂ ਇੱਕ ਤੋਂ ਜ਼ਿਆਦਾ ਗੱਡੀ ਨੂੰ ਖਿੱਚ ਸਕਦੇ ਹਾਂ। ਠੀਕ ਹੈ, ਸੋ ਇਹ ਵੇਰੋ। ਵਧਦੇ ਅਗਲੇ ਸਵਾਲ ਤੇ। Salvo eccezioni, un veicolo può trainare un altro veicolo in avaria su strade urbane ed extraurbane secondarie। ਸੋ ਇਸ ਸਵਾਲ 'ਚ ਕਹਿੰਦਾ ਪਿਆ ਸਾਲਵੋ ਐਚੇਸੀਓਨੀ, ਇਹਦਾ ਮਤਲਬ ਹੁੰਦਾ ਵੀ ਇੱਕ ਜੇਕਰ ਕੋਈ ਨਿਸ਼ਾਨ ਨਾ ਲੱਗਾ ਹੋਵੇ ਜਿਹੜਾ ਆਪਾਂ ਨੂੰ ਮਨਾਹੀ ਕਰਦਾ ਹੋਵੇ, ਤਾਂ ਆਪਾਂ ਕਹਿ ਸਕਦੇ ਹਾਂ ਵੀ ਜੇਕਰ ਕੋਈ ਆਪਾਂ ਨੂੰ ਮਨਾਹੀ ਨਹੀਂ ਕੀਤੀ ਜਾ ਰਹੀ, ਇੱਕ ਗੱਡੀ ਖਿੱਚ ਸਕਦੀ ਹੈ ਇੱਕ ਹੋਰ ਗੱਡੀ ਨੂੰ ਜਿਹੜੀ ਕਿ ਖਰਾਬ ਹੈ ਸੜਕਾਂ ਉੱਤੇ, ਜਿਹੜੀ ਕਿ ਉਰਬਾਨੇ ਹੋਣਗੀਆਂ ਮਤਲਬ ਪਿੰਡਾਂ ਵਾਲੀ, ਅਤੇ ਐਕਸ ਉਰਬਾਨੇ ਸੈਕੰਡਰੀ ਜਾਂ ਪਿੰਡਾਂ ਤੋਂ ਬਾਹਰ ਜਿਹੜੀ ਸੜਕਾਂ ਹੁੰਦੀਆਂ ਨੇ। ਠੀਕ ਹੈ, ਉਹਨਾਂ ਸੜਕਾਂ 'ਤੇ ਖਿੱਚਿਆ ਜਾ ਸਕਦਾ ਗੱਡੀਆਂ ਨੂੰ। ਠੀਕ ਹੈ, ਸੋ ਇਹ ਵੇਰੋ ਹੋ ਗਿਆ। ਅਗਲਾ ਸਵਾਲ। Il traino di un veicolo in situazione di emergenza deve essere idoneamente segnalato। ਕਹਿੰਦਾ ਜਦੋਂ ਗੱਡੀ ਨੂੰ ਖਿੱਚਣ ਦੀ ਸਿਚੁਏਸ਼ਨ ਆਵੇ ਐਮਰਜੈਂਸੀ ਵਿੱਚ, ਦੇਵੇ ਐਸਰੇ ਇਦੋਨੀਆਮੈਂਟੇ ਸੇਨਿਆਲਾਤੋ, ਉਹਦੀ ਨਿਸ਼ਾਨਦੇਹੀ ਆਪਾਂ ਨੂੰ ਕਰਨੀ ਪੈਣੀ ਹੈ, ਦਿਖਾਣਾ ਪੈਣਾ, ਸ਼ੋਅ ਕਰਨਾ ਪੈਣਾ ਕਿ ਹਾਂ ਅਸੀਂ ਗੱਡੀ ਇੱਥੇ ਖਿੱਚਣੇ ਪਏ ਹਾਂ। ਠੀਕ ਹੈ, ਸੋ ਹੈ ਵੇਰੋ। ਸੋ ਜੋ ਵਧਦੇ ਅਗਲੇ ਸਵਾਲ ਤੇ। Il traino di un veicolo in avaria è vietato in autostrada salvo che il traino venga eseguito da veicolo autorizzato al soccorso stradale। ਸੋ ਇਸ ਸਵਾਲ 'ਚ ਕਹਿੰਦਾ ਪਿਆ ਵੀ ਗੱਡੀ ਨੂੰ ਨਹੀਂ ਖਿੱਚਿਆ ਜਾ ਸਕਦਾ, ਜੇਕਰ ਗੱਡੀ ਕੋਈ ਖਰਾਬ ਹੈ ਉਹਨੂੰ ਨਹੀਂ ਖਿੱਚਿਆ ਜਾ ਸਕਦਾ, ਉਹਦੀ ਮਨਾਹੀ ਆ ਆਊਟੋਸਟਰਾਦਾ 'ਤੇ। ਸਾਲਵੋ ਕੇ ਇਲ ਤਰਾਇਨੋ ਵੇਂਗਾ, ਉਸ ਹਾਲਾਤਾਂ ਨੂੰ ਛੱਡ ਕੇ ਜਦੋਂ ਗੱਡੀ ਖਿੱਚੀ ਜਾਏਗੀ ਇੱਕ ਐਸੀ ਗੱਡੀ ਵੱਲੋਂ ਜਿਹੜੀ ਆਥੋਰਾਈਜ਼ਡ ਆ, ਜਿਹਨੂੰ ਅਧਿਕਾਰ ਮਿਲਿਆ। ਅਲ ਸਕੋਰਸੋ ਸਟਰਾਦਾਲੇ, ਜਿਹੜੀ ਹੁੰਦੀਆਂ ਨੇ, ਜਿਹੜੀ ਆਪਣਾ ਟੋ ਕਰਕੇ ਲੈ ਕੇ ਜਾਂਦੀਆਂ ਨੇ ਜਦੋਂ ਆਪਣੀ ਗੱਡੀ ਆਟੋਸਟਰਾਦਾ 'ਤੇ ਖਰਾਬ ਹੋ ਜਾਂਦੀ ਆ, ਤੁਹਾਨੂੰ ਉੱਥੇ ਪਾਰਕ ਕਰਨੀ ਹੁੰਦੀ ਗੱਡੀ SOS 'ਤੇ। ਸੋ ਉਸ 'ਤੇ ਜਦੋਂ ਤੁਸੀਂ ਪਾਰਕਿੰਗ ਕਰ ਦਿਓ ਗੱਡੀ, ਉੱਥੇ ਬਟਨ ਦਿੱਤੇ ਹੁੰਦੇ ਨੇ, ਉਹਨਾਂ ਬਟਨਾਂ ਵਿੱਚੋਂ ਇੱਕ ਬਟਨ ਨੂੰ ਦੱਬ ਕੇ ਤੁਸੀਂ ਸਕੋਰਸੋ ਸਟਰਾਦਾਲੇ ਨੂੰ ਬੁਲਾ ਸਕਦੇ ਹੋ। ਸੋ ਉਹਨੂੰ ਬੁਲਾਉਣ ਤੋਂ ਬਾਅਦ ਤੁਹਾਡੀ ਗੱਡੀ ਨੂੰ ਖਿੱਚਿਆ ਜਾ ਸਕਦਾ। ਉਸ ਹਾਲਾਤ ਨੂੰ ਛੱਡ ਕੇ ਬਾਕੀ ਕਿਸੇ ਹਾਲਾਤ ਵਿੱਚ ਗੱਡੀ ਆਊਟੋਸਟਰਾਦਾ 'ਤੇ ਨਹੀਂ ਖਿੱਚੀ ਜਾ ਸਕਦੀ, ਮਤਲਬ ਕਿ ਇੱਕ ਅਨਆਥੋਰਾਈਜ਼ਡ ਗੱਡੀ ਕਿਸੇ ਦੂਸਰੀ ਗੱਡੀ ਨੂੰ ਨਹੀਂ ਖਿੱਚ ਸਕਦੀ। ਠੀਕ ਹੈ ਜੀ, ਸੋ ਹੈ ਵੇਰੋ। Il veicolo trainante un altro veicolo in avaria deve essere di almeno 60% più pesante। ਕਹਿੰਦਾ ਗੱਡੀ ਜਿਹੜੀ ਖਿੱਚਦੀ ਪਈ ਹੈ ਇੱਕ ਹੋਰ ਗੱਡੀ ਨੂੰ ਜਿਹੜੀ ਖਰਾਬ ਹੋਈ ਆ, ਦੇਵੇ ਐਸਰੇ ਦੀ ਅਲਮੇਨੋ, ਉਹ ਹੋਣੀ ਚਾਹੀਦੀ ਹੈ ਘੱਟੋ ਘੱਟ 60%, 60% ਜ਼ਿਆਦਾ ਭਾਰੀ ਹੋਣੀ ਚਾਹੀਦੀ ਆ। ਫਾਲਸੋ, ਐਸਾ ਕੋਈ ਵੀ ਨਿਯਮ ਕਾਨੂੰਨ ਨਹੀਂ ਹੈਗਾ। può sempre trainare un altro veicolo in avaria, ਇੱਕ ਗੱਡੀ ਕਹਿੰਦਾ ਹਮੇਸ਼ਾ ਦੂਸਰੀ ਗੱਡੀ ਨੂੰ ਖਿੱਚ ਸਕਦੀ ਜਦੋਂ ਗੱਡੀ ਖਰਾਬ ਹੈ। ਫਾਲਸੋ, ਹਮੇਸ਼ਾ ਨਹੀਂ ਖਿੱਚ ਸਕਦੇ, ਆਊਟੋਸਟਰਾਦਾ 'ਤੇ ਆਪਾਂ ਨੂੰ ਮਨਾਹੀ ਆ। ਠੀਕ ਹੈ, ਸੋ ਅਗਲਾ ਸਵਾਲ। In situazioni di emergenza, il collegamento di traino tra due veicoli può essere realizzato solo attraverso catena o barra rigida। ਕਹਿੰਦਾ ਐਮਰਜੈਂਸੀ ਸਿਚੁਏਸ਼ਨ ਵਿੱਚ ਜਿਹੜਾ ਜੋੜ ਹੋਏਗਾ, ਜਿਹੜੀ ਗੱਡੀਆਂ ਨੂੰ ਖਿੱਚਿਆ ਜਾਣ ਡਿਆ ਉਹਨਾਂ ਵਿੱਚ ਜਿਹੜਾ ਜੋੜ ਹੋਏਗਾ, ਆਪਸੀ ਜੋੜ ਜਿਹੜਾ ਹੋਏਗਾ, ਉਹ ਹੋ ਸਕਦਾ ਸਿਰਫ ਚੈਨਾ ਰਾਹੀਂ, ਕਤੇਨਾ ਚੈਨਾ, ਚੈਨ ਕੋਈ ਹੋ ਗਿਆ, ਸੰਗਲ ਕੋਈ ਹੋ ਗਿਆ, ਅਤੇ ਬਾਰਾ ਰੀਜੀਦਾ ਕਿਸੇ ਸਰੀਏ ਨਾਲ। ਠੀਕ ਹੈ, ਸੋ ਇਹ ਸਵਾਲ ਫਾਲਸੋ ਹੋ ਜਾਂਦਾ। ਕਿਉਂ? ਕਹਿੰਦਾ ਇੱਥੇ ਜੋੜ ਜਿਹੜਾ ਸਿਰਫ ਇਹਨਾਂ ਦੋਨਾਂ ਨਾਲ ਹੀ ਹੋ ਸਕਦਾ, ਜਾਂ ਚੈਨ ਨਾਲ ਹੋਏਗਾ ਅਤੇ ਜਾਂ ਕਿਸੇ ਸਰੀਏ ਨਾਲ ਹੋਏਗਾ, ਬਾਰਾ ਰੀਜੀ ਦਾ। ਸੋ ਇਹ ਫਾਲਸੋ ਹੋ ਜਾਂਦਾ ਕਿਉਂਕਿ ਇਹਨੂੰ ਆਪਾਂ ਰੱਸੀ ਨਾਲ ਵੀ ਖਿੱਚ ਸਕਦੇ ਹਾਂ। ਰੱਸੀ ਵੀ ਇੱਕ ਐਸਾ ਤਰੀਕਾ ਹੈਗਾ ਜਿਹਦੇ ਨਾਲ ਆਪਾਂ ਗੱਡੀ ਨੂੰ ਖਿੱਚ ਸਕਦੇ ਹਾਂ, ਪਰ ਜ਼ਰੂਰੀ ਇਹ ਹੁੰਦਾ ਕਿ ਆਪਾਂ ਸਹੀ ਤਰੀਕੇ ਨਾਲ ਉਹਨਾਂ ਦੀ ਨਿਸ਼ਾਨਦੇਹੀ ਕਰੀਏ, ਸਹੀ ਤਰੀਕੇ ਨਾਲ ਉਹਨਾਂ ਨੂੰ ਸ਼ੋਅ ਕਰੀਏ ਵੀ ਹਾਂ ਗੱਡੀ ਇੱਥੇ ਖਿੱਚੀ ਜਾ ਰਹੀ ਆ। ਜ਼ਰੂਰੀ ਇਹ ਆ। ਠੀਕ ਹੈ ਜੀ, ਸੋ ਜ਼ਰੂਰੀ ਇਹ ਵੀ ਹੈ ਵੈਸੇ ਵੀ ਕਿਹੜੀ ਤਰ੍ਹਾਂ ਚੀਜ਼ ਨਾਲ ਖਿੱਚਣੇ ਪਿਆ, ਕਿਉਂਕਿ ਮਜ਼ਬੂਤ ਹੋਣੀ ਚਾਹੀਦੀ ਉਹ ਚੀਜ਼, ਐ ਨਹੀਂ ਕਿ ਵੀ ਅੱਧੇ ਰਸਤੇ ਜਾਈਏ ਅਤੇ ਉਸ ਚੀਜ਼ ਟੁੱਟ ਜਾਵੇ। ਠੀਕ ਹੈ, ਸੋ ਇੱਦਾਂ ਵੀ ਨਹੀਂ ਹੋ ਸਕਦਾ। ਫਾਲਸੋ। ਅੱਗੇ ਕਹਿੰਦਾ il traino di un veicolo in avaria può essere realizzato solo se il veicolo trainante ha cilindrata del motore superiore a quella del veicolo trainato। ਸੋ ਇਸ ਕਹਿੰਦਾ ਪਏ ਖਰਾਬ ਗੱਡੀ ਨੂੰ ਖਿੱਚ ਸਕਦੇ ਹਾਂ
ਸਿਰਫ ਤਾਂ ਜੇਕਰ ਗੱਡੀ ਜਿਹੜੀ ਖਿੱਚਦੀ ਪਈ ਆ ਉਹਦੀ ਸਿਲੰਡਰ ਪਾਵਰ ਜਿਹੜੀ ਹੈ ਮੋਟਰ ਵਾਲੀ ਉਹ ਜ਼ਿਆਦਾ ਹੈ ਜਿਹੜੀ ਗੱਡੀ ਨੂੰ ਖਿੱਚਦੇ ਪਏ ਆ। ਮਤਲਬ ਕਿ ਜਿਹੜੀ ਗੱਡੀ ਖਿੱਚਦੀ ਪਈ ਆ ਉਹਦੀ ਸਿਲੰਡਰ ਪਾਵਰ ਜ਼ਿਆਦਾ ਹੋਣੀ ਚਾਹੀਦੀ ਆ। ਫਾਲਸੋ ਐਸਾ ਕੁਝ ਵੀ ਨਹੀਂ ਹੈਗਾ। ਠੀਕ ਹੈ ਜੀ। 130 ਕੰਪਲੀਟ। 131 ਨੰਬਰ ਪੇਜ ਭਾਗ ਦੂਸਰਾ। ਵਧਦੇ ਹਾਂ ਪਹਿਲੇ ਸਵਾਲ ਤੇ। Durante le operazioni di traino in situazioni di emergenza, il collegamento tra due veicoli può essere realizzato mediante aggancio con catena purché idoneamente segnalata। ਕਹਿੰਦਾ ਇਹਨੂੰ ਕਿਸੇ ਸੰਗਲ ਨਾਲ ਵੀ ਖਿੱਚ ਸਕਦੇ ਆ। ਹੁਣ ਧਿਆਨ ਦਿਓ ਇੱਥੇ ਸੋਲੋ ਨਹੀਂ ਆਇਆ। ਠੀਕ ਹੈ। ਸੋ ਇਸ ਕਰਕੇ ਇਹ ਸਵਾਲ ਵੇਰੋ ਬੰਦਾ ਪਿਆ। ਕਹਿੰਦਾ ਕੋਈ ਐਮਰਜੈਂਸੀ ਵਾਲੀ ਸਿਚੁਏਸ਼ਨ ਹੋਵੇ ਤੇ ਦੋ ਗੱਡੀਆਂ ਦੇ ਵਿੱਚ ਆਪਸੀ ਜੋੜ ਆਪਾਂ ਰੱਖ ਸਕਦੇ ਹਾਂ ਕਿਹਦੇ ਰਾਹੀਂ? ਅਗਾਂਚੋ ਕੋਨ ਕਤੇਨਾ, ਮਤਲਬ ਕਿ ਆਪਾਂ ਕਤੇਨਾ ਇੱਕ ਸੰਗਲ ਨਾਲ ਖਿੱਚ ਸਕਦੇ ਹਾਂ। ਪੁਰਕੇ ਬਸ਼ਰਤੇ ਕਿ ਉਹਨੂੰ ਸਹੀ ਤਰੀਕੇ ਨਾਲ ਦਿਖਾਇਆ ਗਿਆ ਹੋਵੇ, ਸਹੀ ਤਰੀਕੇ ਨਾਲ ਉਹਨੂੰ ਸ਼ੋਅ ਕੀਤਾ ਗਿਆ ਹੋਵੇ। ਠੀਕ ਹੈ। ਸਹੀ ਤਰੀਕੇ ਨਾਲ ਉਹਦੀ ਨਿਸ਼ਾਨਦੇਹੀ ਕੀਤੀ ਹੋਵੇ ਇਸ ਤਰੀਕੇ ਨਾਲ। ਸੋ ਵੇਰੋ ਅਗਲਾ ਵੀ ਸੇਮ ਆ। ਇੱਥੇ ਆ ਗਿਆ ਬਸ ਕੋਨ ਬਾਰਾ ਰੀਜੀ ਦਾ, ਇੱਕ ਸਰੀਏ ਨਾਲ ਵੀ ਖਿੱਚ ਸਕਦੇ ਹਾਂ। ਬਸ ਉਹ ਸ਼ਰਤ ਇਹੀ ਆ ਕਿ ਵੀ ਆਪਾਂ ਨੂੰ ਸਹੀ ਤਰੀਕੇ ਨਾਲ ਸ਼ੋਅ ਕਰਨਾ। ਇਹ ਵੀ ਵੇਰੋ ਆ। ਅਤੇ ਅਗਲੇ 'ਚ ਵੀ ਸੇਮ ਹੀ ਆ। ਅੱਗੇ ਕਹਿੰਦਾ ਪਿਆ ਅਗਾਂਚੋ ਕੋਨ ਕਾਬੋ ਦੀ ਅਚਾਇਓ। ਕਾਬੋ ਦੀ ਅਚਾਇਓ ਮਤਲਬ ਇੱਕ ਸਟੀਲ ਦੀ ਤਾਰ ਹੋਣੀ ਚਾਹੀਦੀ ਹੈ, ਸਟੇਨਲੈਸ ਸਟੀਲ ਦੀ ਇੱਕ ਤਾਰ ਹੋਣੀ ਚਾਹੀਦੀ ਹੈ, ਉਹਦੇ ਨਾਲ ਇਹਨੂੰ ਖਿੱਚ ਸਕਦੇ ਹਾਂ ਬਸ਼ਰਤੇ ਕਿ ਸਹੀ ਤਰੀਕੇ ਨਾਲ ਦਿਖਾਇਆ ਗਿਆ ਹੋਵੇ। ਵੇਰੋ। ਸੋ ਅਗਲਾ ਵੀ ਸੇਮ ਅੱਗੇ ਕਹਿੰਦਾ ਅਗਾਂਚੋ ਕੋਨ ਫੂਨੇ ਇਦੋਨੇਆ allo scopo purché idoneamente segnalata। ਕਹਿੰਦਾ ਵੀ ਇੱਕ ਰੱਸੀ ਨਾਲ ਵੀ ਇਹਨੂੰ ਖਿੱਚਿਆ ਜਾ ਸਕਦਾ। ਇਦੋਨੇਆ ਹੁੰਦਾ ਵੀ ਸਹੀ ਹੋਵੇ, ਇੱਕ ਸਹੀ ਚੀਜ਼ ਹੋਵੇ, ਇੱਕ ਸਹੀ ਰੱਸੀ ਹੋਵੇ ਜਿਹਦੇ ਨਾਲ ਖਿੱਚਣਾ। ਆਲੋ ਸਕੋਪੋ ਜਿਹੜਾ ਉਹਦਾ ਮਕਸਦ ਹੈ, ਰੱਸੀ ਦਾ ਕੀ ਮਕਸਦ ਹੈ? ਗੱਡੀ ਨੂੰ ਖਿੱਚਣਾ। ਅਤੇ ਕੀ ਮਕਸਦ ਨਹੀਂ ਹੈਗਾ ਉਹਦਾ? ਟੁੱਟਣਾ। ਵੀ ਰੱਸੀ ਟੁੱਟ ਨਾ ਜਾਵੇ, ਇੱਕ ਸਹੀ ਰੱਸੀ ਹੋਵੇ ਜਿਹੜੀ ਖਿੱਚ ਕੇ ਲੈ ਜਾਏ ਗੱਡੀ ਨੂੰ ਅਤੇ ਸਹੀ ਤਰੀਕੇ ਨਾਲ ਜਿਹਦੀ ਨਿਸ਼ਾਨਦੇਹੀ ਕੀਤੀ ਹੋਵੇ। ਸੋ ਇਹ ਵੀ ਵੇਰੋ। Il veicolo trainato deve mantenere in funzione la segnalazione luminosa di pericolo। ਕਹਿੰਦਾ ਗੱਡੀ ਜਿਹੜੀ ਖਿੱਚੀ ਜਾ ਰਹੀ ਆ ਦੇਵੇ mantenere ਉਹਨੂੰ ਰੱਖਣੇ ਪੈਣੇ ਨੇ in funzione ਜਗਾ ਕੇ segnalazione luminosa di pericolo ਆਪਣੇ ਕੁਆਤਰੋ ਫਰੇਚੇ ਉਹਨੂੰ ਜਗਾ ਕੇ ਰੱਖਣੇ ਪੈਣੇ ਨੇ। ਠੀਕ ਹੈ ਜੀ। ਸੋ ਇਹ ਵੀ ਵੇਰੋ। ਵਧਦੇ ਅਗਲੇ ਸਵਾਲ 'ਤੇ। Se il veicolo trainato non può attivare la segnalazione luminosa di pericolo, deve mantenere esposto sul lato rivolto alla circolazione il segnale mobile di pericolo o il pannello per carichi sporgenti। ਹੁਣ ਇਹ ਸਵਾਲ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ। ਇੱਥੇ ਕਹਿੰਦਾ ਕੀ ਪਿਆ? ਕਹਿੰਦਾ ਜੇਕਰ ਗੱਡੀ ਦੇ ਵਿੱਚ ਆਪਣਾ ਜਿਹੜਾ ਕੁਆਤਰੋ ਫਰੇਚੇ ਨੇ ਉਹ ਨਾ ਕੰਮ ਕਰਨ, ਹੁਣ ਗੱਡੀ ਖਰਾਬ ਹੋਈ ਹੈ ਉਹਨੂੰ ਟੋ ਕਰਨੇ ਪਏ ਆ, ਉਦੋਂ ਫਿਰ ਕੀ ਹੁੰਦਾ ਵੀ ਗੱਡੀ ਦੀ ਕਈ ਵਾਰ ਬੈਟਰੀ ਨਹੀਂ ਚੱਲਦੀ। ਸੋ ਜਿਸ ਕਰਕੇ ਕੁਆਤਰੋ ਫਰੇਚੇ ਸ਼ਾਇਦ ਨਾ ਜਗਣ। ਸੋ ਕਹਿੰਦਾ ਜੇਕਰ ਐਸੀ ਸਿਚੁਏਸ਼ਨ ਹੋਵੇ ਜਿਹਦੇ ਵਿੱਚ segnalazione luminosa di pericolo ਨਾ ਜਗ ਸਕੇ, ਦੇਵੇ mantenere esposto ਉਹਨੂੰ ਉਜਾਗਰ ਕਰਕੇ ਰੱਖਣਾ ਪੈਣਾ। ਕਿਹਨੂੰ? sul lato rivolto ਮਤਲਬ ਕਿ ਫੇਸ ਕਰਦੇ ਹੋਏ alla circolazione, ਮਤਲਬ ਕਿ ਜਿਹੜੀ ਸਾਈਡ ਤੋਂ ਟ੍ਰੈਫਿਕ ਤੁਹਾਡੇ ਵੱਲ ਆ ਰਹੀ ਹੈ ਉਸ ਹਿੱਸੇ ਵੱਲ ਨੂੰ ਤੁਹਾਨੂੰ segnale mobile di pericolo ਲਗਾਉਣਾ ਪੈਣਾ ਜਾਂ ਪਨੈਲੋ ਪਰ ਕਾਰਿਕੀ ਸਪੋਰਜੈਂਤੀ ਲਗਾਉਣਾ ਪੈਣਾ। ਕਾਰਿਕੀ ਸਪੋਰਜੈਂਤੀ ਦੀ ਉਹੀ ਪਨੈਲੋ ਹੋਈ ਲਾਲ ਅਤੇ ਚਿੱਟੇ ਸਤਰੀਸ਼ੇ ਵਾਲੀ, ਜਾਂ ਉਹ ਪਨੈਲੋ ਲਾਉਣੀ ਪੈਣੀ ਹੈ ਅਤੇ ਜਾਂ ਆਪਣਾ segnale mobile ਦੀ pericolo ਵਾਲੀ ਲਗਾਉਣੀ ਪੈਣੀ ਹੈ। ਅਤੇ ਉਹਨੂੰ ਕਿਸ ਪਾਸੇ ਵੱਲ ਨੂੰ ਕਰਕੇ ਰੱਖਣਾ? ਟ੍ਰੈਫਿਕ ਵੱਲ ਨੂੰ। ਟ੍ਰੈਫਿਕ ਵੱਲ ਨੂੰ ਉਹਦਾ ਫੇਸ ਹੋਵੇ, ਇਸ ਤਰੀਕੇ ਨਾਲ ਉਹਨੂੰ ਲਗਾਉਣਾ ਆਪਣੀ ਗੱਡੀ ਉੱਤੇ। ਸੋ ਵੇਰੋ। Il collegamento tra i due veicoli deve essere idoneamente segnalato in modo da essere avvistato e risultare chiaramente percepibile da parte degli altri utenti della strada। ਜੋੜ ਦੋ ਗੱਡੀਆਂ ਦੇ ਵਿੱਚ ਜਦੋਂ ਖਿੱਚਦੇ ਹੋਈ, ਜਦੋਂ ਐਸਾ ਆਪਰੇਸ਼ਨ ਕਰਦੀ ਹੋਈ, ਜਦੋਂ ਆਪਾਂ ਐਮਰਜੈਂਸੀ ਸਿਚੁਏਸ਼ਨ ਵਿੱਚ ਕਿਸੇ ਗੱਡੀ ਨੂੰ ਖਿੱਚ ਰਹੇ ਹਾਂ, ਦੇਵੇ essere idoneamente segnalato ਵੀ ਉਹਨੂੰ ਇੱਕ ਐਸੇ ਤਰੀਕੇ ਨਾਲ ਆਪਣਾ ਜੋੜ ਲਗਾਉਣਾ। collegamento ਹੁੰਦਾ ਜੋੜ, ਇੱਕ ਸਹੀ ਤਰੀਕੇ ਨਾਲ ਜੋੜ ਲਗਾਉਣਾ। ਦਾ essere avvistato ਜਿਹੜਾ ਦੇਖਿਆ ਜਾ ਸਕੇ, ਨਜ਼ਰ ਆ ਸਕੇ। ਇਹ risultare chiaramente percepibile ਮਤਲਬ ਕਿ ਜਿਹਨੂੰ ਸਮਝਿਆ ਜਾ ਸਕੇ, ਇਸ ਤਰੀਕੇ ਨਾਲ ਲਗਾਉਣਾ। ਦਾ parte degli altri utenti della strada ਉਸ ਰੁੱਖ ਵੱਲ ਨੂੰ, ਉਸ ਹਿੱਸੇ ਵੱਲ ਨੂੰ ਜਿੱਥੋਂ ਦੀ ਸੜਕ ਜਿਹੜੇ ਹੋਰ ਜਿਹੜੇ ਸੜਕ ਨੂੰ ਵਰਤਦੇ ਪਏ ਨੇ ਉਹਨਾਂ ਨੂੰ ਨਜ਼ਰ ਆ ਸਕੇ, ਉਹਨਾਂ ਨੂੰ ਸਮਝ ਆ ਸਕੇ, ਉਹਨਾਂ ਨੂੰ ਨਜ਼ਰ ਆ ਸਕੇ। ਠੀਕ ਹੈ ਜੀ। ਸੋ è vero। Il veicolo trainante deve mantenere attivata la segnalazione luminosa di pericolo। ਸੋ ਇਸ ਸਵਾਲ ਨੂੰ ਦੇਖ ਕੇ ਤੁਹਾਡੇ ਸਾਰੇ ਸਾਹਮਣੇ ਇੱਕ ਸਵਾਲ ਤੇ ਆਇਆ ਹੋਏਗਾ ਇਹਦੇ 'ਚ ਕੀ ਚੇਂਜ ਆ? ਇਹ ਤਾਂ ਸਾਰਾ ਸੇਮ ਹੀ ਆ। ਨਹੀਂ ਜੀ, ਸੇਮ ਨਹੀਂ ਹੈਗਾ। ਇੱਥੇ ਲਿਖਿਆ trainante ਅਤੇ ਉੱਤੇ ਕੀ ਲਿਖਿਆ? trainato। trainato ਹੋ ਰਿਹਾ ਜਿਹੜਾ ਖਿਚਵਾ ਰਿਹਾ ਅਤੇ trainante ਹੁੰਦਾ ਜਿਹੜਾ ਖਿੱਚ ਰਿਹਾ। ਠੀਕ ਹੈ। ਸੋ ਜਿਹੜੀ ਗੱਡੀ ਖਿੱਚਦੀ ਪਈ ਹੈ ਕਹਿੰਦਾ ਉਹਨੂੰ ਜਗਾ ਕੇ ਰੱਖਣੇ ਚਾਹੀਦੇ ਨੇ ਆਪਣੇ ਕੁਆਤਰੋ ਫਰੇਚੇ। ਨਹੀਂ, ਜਿਹੜੀ ਗੱਡੀ ਖਿਚਵਾ ਰਹੀ ਹੈ, ਜਿਹੜੀ ਗੱਡੀ ਪਿੱਛੇ ਆ ਰਹੀ ਹੈ, ਜਿਹਨੂੰ ਆਪਾਂ ਖਿੱਚ ਰਹੇ ਹਾਂ, ਉਸ ਗੱਡੀ ਦੇ ਵਿੱਚ ਜਿਹੜੀ ਗੱਡੀ ਖਰਾਬ ਹੋਈ, ਜਿਹਨੂੰ ਆਪਾਂ ਟੋ ਕਰਨੇ ਪਿਆ, ਉਸ ਗੱਡੀ ਦੇ ਕੁਆਤਰੋ ਫਰੇਚੇ ਜਗੇ ਹੋਣੇ ਚਾਹੀਦੇ ਨੇ। ਠੀਕ ਹੈ ਜੀ। ਸੋ ਇਹ ਫਾਲਸੋ ਆ। traino di un veicolo in avaria non deve essere necessariamente segnalato। ਕਹਿੰਦਾ ਗੱਡੀ ਨੂੰ ਖਿੱਚਣਾ ਜਿਹੜੀ ਖਰਾਬ ਹੈ ਉਹਨੂੰ ਲੋੜ ਨਹੀਂ ਹੈਗੀ। non deve essere necessariamente segnalato ਉਹਦੇ 'ਤੇ ਲੋੜ ਨਹੀਂ ਹੈਗਾ ਕਹਿੰਦਾ ਕਿਸੇ ਤਰ੍ਹਾਂ ਦਾ ਨਿਸ਼ਾਨ ਲਗਾਉਣ ਦੀ। ਸੋ ਇਹ ਫਾਲਸੋ ਹੋ ਜਾਂਦਾ। ਆਪਾਂ ਨਿਸ਼ਾਨ ਲਗਾਉਣਾ ਪੈਣਾ, ਨਿਸ਼ਾਨਦੇਹੀ ਗੱਡੀ ਦੀ ਕਰਨੀ ਪੈਣੀ ਆ ਕੁਆਤਰੋ ਫਰੇਚੇ ਜਗਾ ਕੇ। ਜੇ ਕੁਆਤਰੋ ਫਰੇਚੇ ਨਹੀਂ ਜਗਦੇ ਫਿਰ ਉਹ ਦੋ ਸਿਗਨੇਲੇ ਆਪਾਂ ਨੂੰ ਲਗਾਉਣੇ ਪੈਣੇ ਆ।
Il veicolo trainato deve accendere la luce posteriore per nebbia in mancanza di altro idonea segnalazione। ਕਹਿੰਦਾ ਗੱਡੀ ਜਿਹੜੀ ਖਿਚਵਾ ਰਹੀ ਹੈ ਉਹਨੂੰ ਜਗਾਣੀ ਪੈਣੀਆਂ ਲੂਚੀ ਪੋਸਟਰੀਓਰੀ ਪਿੱਛੇ ਵਾਲੀ ਲਾਈਟਾਂ ਧੁੰਦ ਵਾਲੀਆਂ ਨੇਬੀਆ ਧੁੰਦ ਵਾਲੀਆਂ ਜਦੋਂ ਨਾ ਹੋਣ ਹੋਰ ਕੋਈ ਇਦੋਨੀਆ ਹੋਰ ਕੋਈ ਸਹੀ ਆਪਣਾ ਸਿਗਨਲਾਸੀਓਨੇ ਨਾ ਹੋਵੇ ਫਿਰ ਆਪਾਂ ਨੂੰ ਨੇਬੀਆ ਵਾਲੀ ਲਾਈਟਾਂ ਜਗਾ ਲੈਣੀਆਂ ਚਾਹੀਦੀਆਂ ਨੇ ਫਾਲਸੋ। ਆਪਾਂ ਨੂੰ ਜਾਂ ਤਾਂ ਕੁਆਟਰ ਫਿਰਚ ਦੇਣੇ ਪੈਣੇ ਨੇ ਅਤੇ ਜਾਂ ਆਪਾਂ ਨੂੰ ਉਹ ਦੋ ਪਨੈਲੋ ਜਿਹੜੀ ਹੁੰਦੀਆਂ ਨੇ ਉਹਨਾਂ 'ਚੋਂ ਇੱਕ ਦੀ ਵਰਤੋਂ ਕਰਨੀ ਆ ਠੀਕ ਹੈ ਜੀ। ਸੋ ਇਹ ਫਾਲਸੋ ਆ। Il collegamento tra due veicoli deve avvenire mediante aggancio con cavo elettrico। ਕਹਿੰਦਾ ਜਿੱਥੇ ਜੋੜ ਹੋਵੇ ਦੋ ਗੱਡੀਆਂ ਦਾ ਆਪਸੀ ਜਿਹੜੀ ਗੱਡੀ ਨੂੰ ਖਿੱਚਿਆ ਜਾ ਰਿਹਾ ਐਮਰਜੈਂਸੀ ਦੇ ਵਿੱਚ ਉਸ ਗੱਡੀ 'ਤੇ ਕਹਿੰਦਾ ਉਹਨੂੰ ਆਪਾਂ ਖਿੱਚ ਵੀ ਸਕਦੇ ਹਾਂ ਕਿਹੜੀ ਤਾਰ ਨਾਲ ਕਾਵੋ ਇਲੈਕਟ੍ਰਿਕੋ ਨਾਲ ਬਿਜਲੀ ਵਾਲੀ ਤਾਰ ਨਾਲ ਇਹਨੂੰ ਆਪਾਂ ਖਿੱਚ ਸਕਦੇ ਹਾਂ। ਫਾਲਸੋ ਫਾਲਸੋ ਹੋ ਜਾਂਦਾ ਕਿਉਂਕਿ ਕਾਵੋ ਇਲੈਕਟ੍ਰਿਕੋ ਬਹੁਤ ਜ਼ਿਆਦਾ ਕਮਜ਼ੋਰ ਹੁੰਦੀ ਆ ਉਹ ਇੱਕ ਗੱਡੀ ਨੂੰ ਨਹੀਂ ਖਿੱਚ ਸਕਦੀ ਉਹਨੂੰ ਖਿੱਚਣ ਵਾਲੇ ਆਪਣੇ ਕੋਲ ਸਟੀਲ ਦੀ ਤਾਰ ਹੋਣੀ ਚਾਹੀਦੀ ਆ ਠੀਕ ਹੈ ਜੀ। ਸੋ ਇਹ ਫਾਲਸੋ ਹੋ ਜਾਂਦਾ। Il collegamento tra due veicoli può avvenire solo a condizioni che il veicolo trainante sia munito di gancio di traino omologato। ਸੋ ਇਸ ਸਵਾਲ 'ਚ ਕਹਿੰਦਾ ਪਿਆ ਵੀ ਜੇਕਰ ਕਿਸੇ ਗੱਡੀ ਨੂੰ ਆਪਾਂ ਨੂੰ ਖਿੱਚਣਾ ਪੈਣ ਡਿਆ ਕਿਸੇ ਐਮਰਜੈਂਸੀ ਸਿਚੁਏਸ਼ਨ ਵਿੱਚ ਤੇ ਕਹਿੰਦਾ ਜਿਹੜਾ ਜੋੜ ਹੋਏਗਾ ਆਪਸ ਵਿੱਚ ਦੋ ਗੱਡੀਆਂ ਦਾ ਉਹ ਹੋ ਸਕਦਾ ਸਿਰਫ ਐਸੀ ਕੰਡੀਸ਼ਨ ਵਿੱਚ ਜਦੋਂ ਗੱਡੀ ਜਿਹੜੀ ਖਿੱਚ ਰਹੀ ਹੈ ਉਹਦੇ ਵਿੱਚ ਲੱਗੀ ਹੋਵੇ ਗਾਂਚੋ ਦੀ ਤਰਾਇਨੋ ਮੋਲੋਗਾਤੋ ਜਿਹਦੇ ਵਿੱਚ ਗਵਰਨਮੈਂਟ ਵੱਲੋਂ ਅਪਰੂਵ ਕੀਤੀ ਹੋਈ ਗਾਂਚੋ ਲੱਗੀ ਹੋਵੇ। ਗਾਂਚੋ ਹੁੰਦਾ ਹੈ ਆਪਣੀ ਕੁੰਡੀ ਜਿਹਦੇ ਵਿੱਚ ਫਸਾ ਕੇ ਆਪਾਂ ਗੱਡੀ ਨੂੰ ਖਿੱਚਦੇ ਹਾਂ। ਸੋ ਕਹਿੰਦਾ ਉਹ ਲੱਗੀ ਹੋਣੀ ਚਾਹੀਦੀ ਹੈ ਅਪਰੂਵ ਟਾਈਪ ਦੀ ਠੀਕ ਹੈ ਜੀ। ਸੋਲੋ ਆ ਗਿਆ ਇਸ ਕਰਕੇ ਫਾਲਸੋ ਹੋ ਗਿਆ। ਅਗਲਾ ਸਵਾਲ Il collegamento tra due veicoli non deve essere più lungo di 1 metro। ਕਹਿੰਦਾ ਜਦੋਂ ਗੱਡੀ ਨੂੰ ਖਿੱਚਿਆ ਜਾਂਦਾ ਪਿਆ ਜਿਹੜਾ ਕੋਲੇਗਾਮੈਂਟੋ ਆ ਜਿਹੜਾ ਜੋੜ ਹੈ ਦੋਨੋਂ ਗੱਡੀਆਂ ਵਿੱਚ ਆਪਸ ਵਿੱਚ ਉਹ 1 ਮੀਟਰ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਫਾਲਸੋ ਐਸੀ ਕੋਈ ਓਬਲੀਗੋ ਨਹੀਂ ਹੈਗਾ। Sia il veicolo trainante che quello trainato devono mantenere in funzione l'indicatore di direzione destro। ਕਹਿੰਦਾ ਜਿਹੜੀ ਗੱਡੀ ਖਿੱਚ ਰਹੀ ਹੈ ਜਾਂ ਜਿਹੜੀ ਗੱਡੀ ਖਿਚਵਾ ਰਹੀ ਹੈ ਦੋਨਾਂ ਦਾ ਜਗਦਾ ਹੋਣਾ ਚਾਹੀਦਾ ਸੱਜੇ ਪਾਸੇ ਵਾਲਾ ਇੰਡੀਕੇਟਰ ਜਦੋਂ ਗੱਡੀ ਨੂੰ ਖਿੱਚਿਆ ਜਾ ਰਿਹਾ। ਫਾਲਸੋ ਐਸੀ ਕੋਈ ਲੋੜ ਨਹੀਂ ਹੈਗੀ। 131 ਕੰਪਲੀਟ ਵੱਧਦੇ ਆ 132 ਤੇ। ਸੋ ਇੱਥੇ ਟਾਈਟਲ ਪੜ੍ਹ ਲੈਂਦੇ ਹਾਂ ਕੰਪੋਰਟਾਮੈਂਟ ਇਨ ਕਾਜ਼ੋ ਦੀ ਬਲੋਕੋ ਦੈਲ ਵਹੀਕਲੋ ਇਨ ਗੈਲੇਰੀਆ। ਗੈਲਰੀ ਹੁੰਦਾ ਟਨਲ ਉਸ ਟਨਲ ਵਿੱਚ ਗੱਡੀ ਦਾ ਬਲੋਕ ਹੋ ਜਾਣਾ ਐਸੇ ਮਾਮਲੇ ਵਿੱਚ ਆਪਾਂ ਕਿਸ ਤਰੀਕੇ ਨਾਲ ਪੇਸ਼ ਆਣਾ ਕੀ ਆਪਣਾ ਬਿਹੇਵੀਅਰ ਹੋਣਾ ਚਾਹੀਦਾ ਅਤੇ ਇਹਨੂੰ ਕਹਿੰਦੇ ਆ ਇੱਕ ਗੈਲਰੀ ਜਾਂ ਇੱਕ ਟਨਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ। ਸੋ ਵਧਦੇ ਹਾਂ ਪਹਿਲੇ ਸਵਾਲ ਤੇ in caso di guasto meccanico al veicolo che lo blocchi in una galleria autostradale occorre attivare la segnalazione luminosa di pericolo। ਕਹਿੰਦਾ ਜੇਕਰ ਗੱਡੀ ਵਿੱਚ ਕੋਈ ਮਕੈਨੀਕਲ ਪ੍ਰੋਬਲਮ ਆਏ ਜਿਸ ਕਰਕੇ ਗੱਡੀ ਖਰਾਬ ਹੋ ਜੇ ਅਤੇ ਗੱਡੀ ਨੇ ਬਲੋਕ ਕਰਤਾ ਇੱਕ ਗੈਲਰੀ ਆਊਟੋਸਟਰਾਦਾਲੇ ਨੂੰ ਆਊਟੋਸਟਰਾਦਾ ਵਿੱਚ ਜਿਹੜੀ ਗੈਲਰੀ ਹੁੰਦੀ ਹੈ ਜਿਹੜਾ ਟਨਲ ਹੁੰਦਾ ਉਹਦੇ 'ਚ ਕੋਈ ਗੱਡੀ 'ਚ ਖਰਾਬੀਆਂ ਕਰਕੇ ਉੱਥੇ ਗੱਡੀ ਆਪਣੀ ਖੜ੍ਹ ਗਈ ਹੈ occorre attivare ਆਪਾਂ ਨੂੰ ਐਕਟੀਵੇਟ ਕਰਨੇ ਚਾਹੀਦੇ ਨੇ segnalazione luminosa di pericolo ਖਤਰੇ ਵਾਲੇ ਨਿਸ਼ਾਨ ਯਾਨੀ ਕਿ quattro frecce ਆਪਾਂ ਨੂੰ ਔਨ ਕਰਨੇ ਚਾਹੀਦੇ ਨੇ। Vero। ਸੋ ਅਗਲਾ ਸਵਾਲ occorre se possibile portare il veicolo su una piazzola di sosta। ਸੋ ਸੇਮ ਇੱਥੇ ਵੀ ਪ੍ਰੋਬਲਮ ਕਹਿੰਦਾ ਪਿਆ ਵੀ ਗੱਡੀ ਖਰਾਬ ਹੋਣ ਦੇ ਮਾਮਲੇ ਵਿੱਚ ਜਦੋਂ ਗੱਡੀ ਖਰਾਬ ਹੋ ਗਈ ਆ ਅਤੇ ਗੈਲਰੀ ਵਿੱਚ ਆਪਣੀ ਗੱਡੀ ਬਲੋਕ ਹੋ ਗਈ ਆ ਅਤੇ ਕਹਿੰਦਾ ਚਾਹੀਦਾ ਸੇ ਪੋਸੀਬਲ ਜੇਕਰ ਪੋਸੀਬਲ ਹੋਵੇ ਜੇ ਮੁਮਕਿਨ ਹੋਵੇ ਲੈ ਕੇ ਜਾਓ ਆਪਣੀ ਗੱਡੀ ਨੂੰ ਪਿਆਚੋਲਾ ਦੀ ਸੋਸਤਾ 'ਤੇ ਠੀਕ ਹੈ ਜਿਹੜਾ ਸੋਸਤਾ ਕਰਨ ਵਾਲੀ ਜਿਹੜੀ ਜਗ੍ਹਾ ਹੁੰਦੀ ਹੈ ਉੱਥੇ ਜਾ ਕੇ ਲੈ ਕੇ ਜਾਓ ਆਪਣੀ ਗੱਡੀ ਨੂੰ ਠੀਕ ਹੈ ਉੱਥੇ ਖੜੀ ਕਰ ਲਓ। ਸੋ ਇਹ ਵੇਰੋ ਹੋ ਗਿਆ। occorre fermare il veicolo sulla corsia di emergenza se presente। ਕਹਿੰਦਾ ਜੇਕਰ ਉੱਥੇ ਕੋਰਸੀਆ ਦੀ ਐਮਰਜੈਂਸਾ ਹੈਗਾ ਸੇ ਪ੍ਰੈਜ਼ੈਂਟ ਜੇਕਰ ਉੱਥੇ ਮੌਜੂਦ ਹੈ ਤਾਂ ਤੁਹਾਨੂੰ ਗੱਡੀ ਨੂੰ ਉੱਥੇ ਖੜੀ ਕਰਨਾ ਚਾਹੀਦਾ ਠੀਕ ਹੈ ਜੀ। ਸੋ ਇਹ ਵੀ ਵੇਰੋ। ਸੋ ਇੱਥੇ ਹਰ ਵਾਰ ਉਹੀ ਗੱਲ ਕਰਦਾ ਪਿਆ ਗੱਡੀ ਖਰਾਬ ਹੋਣ ਬਾਰੇ ਠੀਕ ਹੈ ਜੀ। ਸੋ ਇਹ ਵੇਰੋ। occorre chiamare rapidamente il soccorso stradale। ਕਹਿੰਦਾ ਚਾਹੀਦਾ ਹੈ ਕਿ ਆਪਾਂ ਬੁਲਾਈਏ chiamare ਕਰੀਏ ਫੋਨ ਕਰੀਏ ਇੱਕੋ ਦਮ ਤੇਜ਼ੀ ਨਾਲ il soccorso stradale ਨੂੰ। ਤੁਹਾਨੂੰ ਮੈਂ ਦੱਸਿਆ ਸੀ ਉੱਥੇ ਬਟਨ ਲੱਗੇ ਹੁੰਦੇ ਨੇ ਆਟੋਸਟਰਾਦਾ 'ਤੇ ਜਿਹਦੇ ਨਾਲ ਤੁਸੀਂ ਆਪਣੇ ਸਕੋਰਸੋ ਨੂੰ ਬੁਲਾ ਸਕਦੇ ਹੋ। ਉੱਥੇ ਛੋਟੇ ਛੋਟੇ ਜਿਹੇ STD ਵਰਗੇ ਬੂਥ ਜਿਹੇ ਬਣੇ ਹੁੰਦੇ ਆ ਛੋਟੇ ਛੋਟੇ ਜਿਹੇ। ਸੋ ਉੱਥੇ ਤੁਹਾਨੂੰ ਬਟਨ ਦੱਬ ਕੇ ਅਸੀਂ ਕਾਲ ਕਰਨੀ ਪੈਂਦੀ ਹੈ ਵੀ ਹਾਂਜੀ ਆ ਜਾਓ ਮੇਰੀ ਗੱਡੀ ਖਰਾਬ ਹੋ ਗਈ ਫਿਰ ਤੁਹਾਡੀ ਗੱਡੀ ਚੱਕ ਕੇ ਲੈ ਜਾਂਦੇ ਨੇ ਠੀਕ ਹੈ ਜੀ। ਸੋ ਹੈ ਵੀਰੋ। occorre fermare immediatamente il veicolo sulla corsia di marcia attivando la segnalazione luminosa di pericolo। ਕਹਿੰਦਾ occorre fermare ਇੱਥੇ ਤੱਕ ਸਹੀ ਸੀ ਕਿ ਕਹਿੰਦਾ immediatamente ਇੱਕੋ ਦਮ ਰੁਕ ਜਾਓ ਇੱਥੇ ਆ ਕੇ ਫਾਲਸ ਹੋ ਜਾਂਦਾ ਕਿਉਂਕਿ ਆਪਾਂ ਗੱਡੀ ਨੂੰ ਇੱਕੋ ਦਮ ਨਹੀਂ ਰੋਕਣਾ ਹੁੰਦਾ ਅਤੇ ਕਹਿੰਦਾ ਸੁੱਲਾ ਕੋਰਸੀਆ ਦੀ ਮਾਰਚਾ 'ਤੇ ਰੋਕੋ ਜਿਹੜੀ ਸਫ਼ਰ ਵਾਲਾ ਜਿਹੜਾ ਕੋਰਸੀਆ ਹੈ ਉਹਦੇ 'ਤੇ ਰੋਕੋ ਆਵਾਜਾਈ ਵਾਲਾ ਜਿਹੜਾ ਕੋਰਸੀਆ ਉਹਦੇ 'ਤੇ ਰੋਕੋ ਫਾਲਸੋ ਉਹਦੇ 'ਤੇ ਆਪਾਂ ਗੱਡੀ ਨਹੀਂ ਰੋਕ ਸਕਦੇ ਆਪਾਂ ਨੂੰ ਜਾਂ ਪਿਆਚੋਲਾ ਦੀ ਸੋਸਤਾ ਵਿੱਚ ਰੋਕਣੀ ਪੈਣੀ ਅਤੇ ਜਾਂ ਕੋਰਸੀਆ ਦੀ ਐਮਰਜੈਂਸਾ ਵਿੱਚ। ਅਤੇ ਅੱਗੇ ਕਹਿੰਦਾ ਐਕਟੀਵੇਟ ਕਰ ਲਓ ਆਪਣੇ ਕੁਆਤਰੋ ਫਰੇਚੇ ਇਹ ਲਿਖਿਆ ਸਹੀ ਆ ਪਰ ਫਾਲਸੋ ਆ ਕਿਉਂਕਿ ਉਹਨੇ ਕਿਹਾ ਇੱਕੋ ਦਮ ਬ੍ਰੇਕ ਮਾਰੋ ਇੱਕੋ ਦਮ ਰੋਕੋ ਗੱਡੀ ਨੂੰ। ਸੋ ਫਾਲਸੋ। occorre chiedere aiuto ai conducenti più vicini। ਕਹਿੰਦਾ ਚਾਹੀਦਾ ਹੈ ਕਿ ਮੰਗੋ chiedere ਹੁੰਦਾ chiedere ਵੈਸੇ ਹੁੰਦਾ ਪੁੱਛਣਾ ਠੀਕ ਹੈ
ਪਰ ਇੱਥੇ ਆਪਾਂ ਕਹਿ ਸਕਦੇ ਹਾਂ, ਕਿਉਂਕਿ ਪੂਰੀ ਲਾਈਨ ਦਾ ਜਿਹੜਾ ਮਤਲਬ ਹੁੰਦਾ, ਮੈਂ ਇੱਕ ਵਾਰ ਕਮੈਂਟ ਆਇਆ ਸੀ ਮੈਨੂੰ ਇੱਕ ਭਾਈ ਦਾ, ਉਹ ਕਹਿੰਦੇ ਸੀ ਇਕੱਲੇ ਇਕੱਲੇ ਵਰਡ ਦਾ ਤੁਸੀਂ ਮਤਲਬ ਨਹੀਂ ਦੱਸਦੇ। ਸੋ ਉਹੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ। ਮੈਂ ਜ਼ਿਆਦਾਤਰ ਟਰਾਈ ਕਰਦਾ ਵਾਂ ਕਿ ਇਕੱਲੇ ਇਕੱਲੇ ਵਰਡ ਦਾ ਮਤਲਬ ਸਾਰਿਆਂ ਨੂੰ ਦੱਸਿਆ ਜਾਵੇ। ਪਰ ਕਈ ਵਾਰ ਕੀ ਹੁੰਦਾ, ਕੁਝ ਵਰਡ ਐਸੇ ਹੁੰਦੇ ਨੇ ਜਿਨ੍ਹਾਂ ਨਾਲ ਦੂਸਰਾ ਵਰਡ ਜੇਕਰ ਮਿਲ ਜਾਵੇ, ਦੂਸਰਾ ਅੱਖਰ ਮਿਲ ਜਾਵੇ, ਤਾਂ ਉਹਦਾ ਮਤਲਬ ਥੋੜ੍ਹਾ ਜਿਹਾ ਚੇਂਜ ਹੋ ਜਾਂਦਾ। ਹੁਣ ਤੁਹਾਡੇ ਸਾਹਮਣੇ ਹੀ ਆ, ਕਿਧਰੇ ਪੁੱਛਣਾ ਵੀ ਹੁੰਦਾ ਅਤੇ ਮੰਗਣਾ ਵੀ ਹੋ ਗਿਆ, ਇੱਥੇ ਆ ਕੇ ਵੀ ਹੁਣ ਹੈਲਪ ਮੰਗੋ, ਠੀਕ ਹੈ। ਸੋ ਇੱਥੇ ਦੋ ਮਤਲਬ ਨਿਕਲ ਗਏ। ਸੋ ਪੂਰੀ ਲਾਈਨ ਨੂੰ ਵੇਖਣਾ ਪੈਂਦਾ, ਪੂਰੀ ਲਾਈਨ 'ਚ ਆ ਕੇ ਉਹਦਾ ਕੀ ਮਤਲਬ ਹੁੰਦਾ। ਸੋ ਆਪਣੇ ਵੱਲੋਂ ਤਾਂ ਮੈਂ ਟਰਾਈ ਕਰਦਾ ਹੀ ਹਾਂ ਕਿ ਹਮੇਸ਼ਾ ਇਸ ਤਰ੍ਹਾਂ ਕਿ ਵੀ ਹਾਂ ਇਕੱਲੇ ਇਕੱਲੇ ਵਰਡ ਦਾ ਮਤਲਬ ਦੱਸਾਂ। ਅਤੇ ਜੇਕਰ ਫਿਰ ਵੀ ਤੁਹਾਨੂੰ ਕੋਈ ਗੱਲ ਨਹੀਂ ਸਮਝ ਲੱਗਦੀ, ਨੀਚੇ ਕਮੈਂਟ ਕਰਕੇ ਪੁੱਛ ਲਿਆ ਕਰੋ। ਓਕੋਰੇ chiedere aiuto ai conducenti più vicini, ਕਹਿੰਦਾ ਚਾਹੀਦਾ ਹੈ ਕਿ ਆਪਾਂ ਮੰਗੀਏ ਹੈਲਪ, aiuto ਹੁੰਦਾ ਹੈਲਪ, conducenti più vicini ਜਿਹੜੇ ਹੋਰ ਡਰਾਈਵਰ ਤੁਹਾਡੇ ਨੇੜੇ ਨੇ ਉਹਨਾਂ ਕੋਲ ਹੈਲਪ ਮੰਗੋ। ਸੋ ਫਾਲਸੋ ਹੋ ਜਾਂਦਾ, ਕਿਉਂਕਿ ਆਊਟੋ ਚਲਾਦਾ ਤੇ ਆਪਾਂ ਕਿਸੇ ਕੋਲ ਵੀ ਹੈਲਪ ਨਹੀਂ ਮੰਗ ਸਕਦੇ, ਕਿਸੇ ਵੀ ਹੋਰ ਡਰਾਈਵਰ ਦੀ ਹੈਲਪ ਨਹੀਂ ਮੰਗ ਸਕਦੇ, ਆਪਾਂ ਨੂੰ ਸਿਰਫ ਸੋਕੋਰਸੋ ਸਟਰਾਦਾਲੇ ਕੋਲ ਹੀ ਜਾਣਾ, ਠੀਕ ਹੈ ਜੀ। ਅਗਲਾ ਸਵਾਲ, occorre provvedere al traino del veicolo fuori dal tunnel con aiuto di un altro autista di passaggio, ਕਹਿੰਦਾ ਪਿਆ ਵੀ ਜੇਕਰ ਗੱਡੀ ਤੁਹਾਡੀ ਖਰਾਬ ਹੋ ਗਈ ਆ ਟਨਲ ਦੇ ਵਿੱਚ, ਇੱਕ ਗੈਲਰੀ ਵਿੱਚ, ਅਤੇ ਕਹਿੰਦਾ ਉੱਥੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਇੱਕ ਹੈਲਪ ਮੰਗੋ, ਜਿਹੜੇ ਹੋਰ ਡਰਾਈਵਰ ਉੱਥੇ ਜਾਣੇ ਨੇ, ਉਨ ਆਲਤਰੋ ਆਊਟਿਸਤਾ ਜਿਹੜੇ ਹੋਰ ਡਰਾਈਵਰ ਹੈਗਾ ਉੱਥੇ ਕੋਈ ਰਸਤੇ ਵਿੱਚ, ਉਹਦੇ ਕੋਲ ਹੈਲਪ ਮੰਗੋ ਕਿ ਉਹ ਤੁਹਾਨੂੰ ਟਨਲ ਦੇ ਬਾਹਰ ਛੱਡ ਕੇ ਆਵੇ, ਖਿੱਚੇ ਤੁਹਾਨੂੰ ਟਨਲ ਦੇ ਬਾਹਰ ਤੱਕ। ਫਾਲਸੋ, ਇੱਦਾਂ ਵੀ ਕਰਨ ਦੀ ਲੋੜ ਨਹੀਂ ਹੈਗੀ, ਸੋਕੋਰਸੋ ਸਟਰਾਦਾਲੇ ਕੋਲ ਜਾਣਾ। occorre attendere l'arrivo del proprio meccanico di fiducia, ਕਹਿੰਦਾ ਵੇਟ ਕਰਨੀ ਚਾਹੀਦੀ ਆ, ਅਰੀਵੋ ਵੀ ਆਏਗਾ ਤੁਹਾਡਾ ਆਪਣਾ ਮਕੈਨਿਕ ਜਿਹਦੇ 'ਤੇ ਤੁਹਾਨੂੰ ਵਿਸ਼ਵਾਸ ਹੈ, ਜਿਹਦੇ ਤੁਹਾਨੂੰ ਭਰੋਸਾ ਹੈ। ਫਾਲਸੋ, ਉਹਦੀ ਵੇਟ ਕਰੋਗੇ ਫਿਰ ਤਾਂ ਪੈ ਗਈਆਂ ਪੂੜੀਆਂ। ਸੋ ਬਹੁਤ ਟਾਈਮ ਲਾ ਦੇਗਾ, ਉਸ ਤਰੀਕੇ ਨਾਲ ਪ੍ਰੈਸ ਕਰਕੇ ਸਕੋਰਸੋ ਸਟਰਾਦਾਲੇ ਨੂੰ ਹੀ ਬੁਲਾਉਣਾ ਪੈਣਾ, ਉੱਥੇ ਜਿਹੜੇ ਬਟਨ ਲੱਗੇ ਨੇ ਉਹਨਾਂ 'ਚ ਇੱਕ ਨੂੰ ਪ੍ਰੈਸ ਕਰਕੇ, ਠੀਕ ਹੈ ਜੀ। 133 ਨੰਬਰ ਪੇਜ, ਕੰਪੋਰਟਾਮੈਂਟੀ ਇਨ ਕਾਜ਼ੋ ਦੀ ਇੰਸੀਡੈਂਟੇ ਇਨ ਗੈਲੇਰੀਆ। ਸੋ ਹੁਣ ਗੈਲਰੀ ਵਿੱਚ ਐਕਸੀਡੈਂਟ ਹੋ ਗਿਆ, ਪਹਿਲਾਂ ਕੀ ਸੀ, ਗੈਲਰੀ ਵਿੱਚ ਆਪਣੀ ਗੱਡੀ ਖਰਾਬ ਹੋ ਗਈ ਸੀ, ਹੁਣ ਗੈਲਰੀ ਵਿੱਚ ਜਿਹੜੇ ਐਕਸੀਡੈਂਟ ਹੋ ਚੁੱਕਿਆ। ਸੋ ਵੱਧਦੇ ਹਾਂ ਪਹਿਲੇ ਸਵਾਲ 'ਤੇ। Nel caso ci si imbatta in un incidente in galleria che blocca o rallenta molto la marcia, occorre attivare la segnalazione luminosa di pericolo। ਸੋ ਇਸ ਵੱਲ 'ਚ ਕਹਿੰਦਾ ਪਿਆ nel caso ci si imbatta, ਵੀ ਜਦੋਂ ਤੁਹਾਨੂੰ ਇੱਕ ਐਕਸੀਡੈਂਟ ਮਿਲੇ ਗੈਲਰੀ ਵਿੱਚ ਜਿਹੜਾ ਕਿ ਬਲੋਕ ਕਰਦਾ ਪਿਆ ਜਾਂ ਹੌਲੀ ਕਰਦਾ ਪਿਆ, ਟ੍ਰੈਫਿਕ ਨੂੰ, ਸਫ਼ਰ ਨੂੰ ਬਹੁਤ ਜ਼ਿਆਦਾ ਹੌਲੀ ਕਰਦਾ ਪਿਆ, ਅਤੇ ਕਹਿੰਦਾ ਚਾਹੀਦਾ ਕਿ ਤੁਸੀਂ ਐਕਟੀਵੇਟ ਕਰ ਲਓ ਆਪਣੇ ਕੁਆਤਰੋ ਫਰੇਚੇ, segnalazione luminosa di pericolo, vero? In caso di incidente in galleria che blocca il traffico, occorre spegnere il motore lasciando la chiave di accensione inserita। ਕਹਿੰਦਾ ਵੀ ਜੇਕਰ ਤੁਹਾਨੂੰ ਗੈਲਰੀ ਵਿੱਚ ਇੱਕ ਐਕਸੀਡੈਂਟ ਮਿਲੇ ਅਤੇ ਜਿਸ ਕਰਕੇ ਬਲੋਕ ਹੋ ਗਈ ਟ੍ਰੈਫਿਕ, ਤੁਹਾਨੂੰ ਕਹਿੰਦਾ ਮੋਟਰ ਬੰਦ ਕਰ ਦੇਣੀ ਚਾਹੀਦੀ ਹੈ, ਲਸ਼ਾਂਦੋ ਛੱਡਦੇ ਹੋਏ ਚਾਬੀ ਨੂੰ, ਅਚੈਂਸੀਓਨੇ ਇਨਸੇਰੀਤਾ, ਠੀਕ ਹੈ, ਮਤਲਬ ਜਿਹੜਾ ਗੱਡੀ ਦੇ ਜਿੱਥੇ ਚਾਬੀ ਪੈਂਦੀ, ਜਿੱਥੋਂ ਸਟਾਰਟ ਹੁੰਦੀ, ਉਹਦੇ ਅੰਦਰ ਹੀ ਚਾਬੀ ਨੂੰ ਛੱਡ ਕੇ ਆਪਣੀ ਗੱਡੀ ਨੂੰ ਬੰਦ ਕਰ ਦਿਓ, ਇੰਜਨ ਉਹਦਾ ਬੰਦ ਕਰ ਦਿਓ। Se si deve scendere dal veicolo è bene indossare il giubbotto o le bretelle retroriflettenti, ਕਹਿੰਦਾ ਜੇਕਰ ਤੁਹਾਨੂੰ ਗੱਡੀ ਤੋਂ ਉਤਰਨਾ ਪਵੇ ਫਿਰ ਕਹਿੰਦਾ ਸਹੀ ਰਹੇਗਾ ਕਿ ਤੁਸੀਂ ਜੁਬੋਤੋ ਅਤੇ ਬ੍ਰੇਤੈਲੇ ਪਾ ਲਓ। ਸੋ ਜਿੱਦਾਂ ਕਿ ਤੁਹਾਨੂੰ ਪਿਛਲੀ ਵੀਡੀਓ ਦੱਸਿਆ ਸੀ ਕਿ ਜਿਹੜੇ ਜੁਬੋਤੋ ਅਤੇ ਬ੍ਰੇਤੈਲੇ ਪਾਣੇ ਹੀ ਪਾਣੇ ਪੈਣੇ ਨੇ ਜਦੋਂ ਆਪਾਂ ਸੜਕ 'ਤੇ ਉਤਰਨ ਲੱਗੇ ਆਪਣੀ ਗੱਡੀ 'ਚੋਂ, ਠੀਕ ਹੈ ਜੀ। ਸੋ ਹੈ ਵੈਰੋ। occorre avvertire rapidamente i servizi di emergenza, ਕਹਿੰਦਾ ਐਮਰਜੈਂਸੀ ਸਰਵਿਸ ਵਾਲਿਆਂ ਨੂੰ ਜਲਦੀ ਤੋਂ ਜਲਦੀ ਸੂਚਨਾ ਦੇ ਦੇਣੀ, ਉਹਨੂੰ ਜਲਦੀ ਤੋਂ ਜਲਦੀ ਉਹਨਾਂ ਨੂੰ ਦੱਸ ਦੇਣਾ ਚਾਹੀਦਾ। ਸੋ ਹੈ ਵੈਰੋ। occorre prestare il primo soccorso ad eventuali feriti, ਵੀ ਜੇਕਰ ਕੋਈ ਉੱਥੇ ਜ਼ਖਮੀ ਹੈ, ਫੇਰੀਤੀ ਹੁੰਦਾ ਜ਼ਖਮੀ, ਅਤੇ ਤੁਹਾਨੂੰ ਉਹਨੂੰ ਪ੍ਰੀਮੋ ਸਕੋਰਸੋ ਦੇਣੀ ਚਾਹੀਦੀ, ਫਸਟ ਏਡ ਦੇਣੀ ਚਾਹੀਦੀ ਆ। ਸੋ ਹੈ ਵੈਰੋ। ਇੱਥੇ ਫਸਟ ਏਡ ਦਾ ਮਤਲਬ ਹੁੰਦਾ ਹੈ ਵੀ ਜੇਕਰ ਉਹਨੇ ਕੋਈ ਸੱਟ ਸੁੱਟ ਲੱਗੀ ਹੈ ਤਾਂ ਉਹਨੂੰ ਥੋੜ੍ਹੀ ਜਿਹੀ ਹੈਲਪ ਕਰਕੇ ਉਹਦਾ ਖੂਨ ਖਾਨ ਜੇਕਰ ਕੋਈ ਨਿਕਲਦਾ ਪਿਆ ਤਾਂ ਉਹਨੂੰ ਰੋਕਿਆ ਜਾਵੇ। occorre suonare a fondo il clacson per avvertire gli altri conducenti, ਕਹਿੰਦਾ ਤੁਹਾਨੂੰ ਚਾਹੀਦਾ ਵੀ ਜਿਹੜਾ ਹੋਰਨ ਹੈ ਉਹਨੂੰ ਵਜਾਓ। ਕਲਕਸਨ ਹੁੰਦਾ ਇੱਕ ਤਰ੍ਹਾਂ ਦਾ ਹੋਰਨ, ਫੋਂਦੋ ਹੋ ਗਿਆ ਗਹਿਰਾਈ ਤੱਕ, ਸੋਨਾਰੇ ਹੁੰਦਾ ਵਜਾਓ, ਵੀ ਦੱਬ ਕੇ ਵਜਾਓ, ਠੀਕ ਹੈ ਜੀ। ਸੋ ਕਹਿੰਦੇ ਦੱਬ ਕੇ ਵਜਾਓ ਆਪਣੇ ਹੋਰਨ ਨੂੰ, ਤਾਂ ਜੋ ਹੋਰ ਜਿਹੜੇ ਡਰਾਈਵਰ ਉੱਥੇ ਹੈਗੇ ਨੇ ਉਹਨਾਂ ਸਾਰਿਆਂ ਨੂੰ ਪਤਾ ਲੱਗ ਸਕੇ ਇਸ ਐਕਸੀਡੈਂਟ ਬਾਰੇ। ਫਾਲਸੋ, ਇੱਦਾਂ ਨਹੀਂ ਕਰਨਾ ਹੁੰਦਾ। occorre scendere a posizionare il cunei sotto le ruote del proprio veicolo, ਕਹਿੰਦਾ ਚਾਹੀਦਾ ਹੈ ਕਿ ਉਤਰੋ ਅਤੇ ਪੋਜੀਸ਼ਨਾਰੇ ਕਰੋ, ਮਤਲਬ ਕਿ ਲਗਾਓ ਕੁਨਈ ਤੁਹਾਨੂੰ ਦਿਖਾ ਦੇਣਾ ਨੀਚੇ ਟਾਇਰਾਂ ਦੇ ਆਪਣੀ ਗੱਡੀ ਦੇ। ਕੁਨਈ ਇੱਕ ਤਰ੍ਹਾਂ ਦੇ ਗੁਟਕੇ ਹੁੰਦੇ ਨੇ, ਕਿਸ ਤਰੀਕੇ ਦੇ ਹੁੰਦੇ ਤੁਹਾਨੂੰ ਦਿਖਾ ਦੇਣਾ। ਸੋ ਜੀ ਇਹਨਾਂ ਨੂੰ ਕਿਹਾ ਜਾਂਦਾ ਕੁਨਈ, ਠੀਕ ਹੈ, ਇੱਕ ਤਰ੍ਹਾਂ ਦੇ ਗੁਟਕੇ ਜਿਹੜੇ ਟਾਇਰਾਂ ਥੱਲੇ ਆਉਂਦੇ ਤਾਂ ਜੋ ਆਪਣੀ ਗੱਡੀ ਰਿੜੇ ਨਾ, ਅੱਗੇ ਪਿੱਛੇ ਨੂੰ ਨਾ ਜਾਵੇ। ਫਾਲਸੋ ਆਪਾਂ ਨੂੰ ਇੱਥੇ ਐਸਾ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਆਪਾਂ ਨੂੰ ਕੁਨਈ ਉੱਥੇ ਲਗਾਉਣ ਦੀ ਲੋੜ ਹੈ ਜਿੱਥੇ ਢਲਾਨ ਹੋਵੇ, ਹੈ ਨਾ। ਸੋ ਇੱਥੇ ਢਲਾਨ ਵਾਲੀ ਕੋਈ ਗੱਲ ਨਹੀਂ ਹੈਗੀ। ਸੋ ਹੈ ਫਾਲਸੋ। occorre avvertire con brevi colpi di clacson agli altri automobilisti, ਆਟੋਮੋਬਿਲਿਸਟ ਵੀ ਡਰਾਈਵਰ ਹੀ ਹੁੰਦਾ, ਵੀ ਡਰਾਈਵਰਾਂ ਨੂੰ ਕਹਿੰਦਾ ਵੀ ਥੋੜ੍ਹੇ ਜਿਹੇ ਕੋਲਪੀ ਮਾਰੋ, ਮਤਲਬ ਵੀ ਹਲਕੇ ਹਲਕੇ ਹੋਰਨ ਮਾਰੋ, ਬਿਲਕੁਲ ਛੋਟੇ ਛੋਟੇ ਜਿਹੇ ਹੋਰਨ ਵਜਾਓ। ਫਾਲਸੋ, ਹੋਰਨ ਵਜਾਉਣ ਦੀ ਲੋੜ ਇੱਥੇ ਨਹੀਂ ਹੈਗੀ,
ਠੀਕ ਹੈ ਜੀ। ਬ੍ਰੇਵੀ ਕੋਲਪੀ ਹੁੰਦਾ ਛੋਟੇ ਛੋਟੇ, ਮਤਲਬ ਛੋਟੇ ਛੋਟੇ, ਬਿਲਕੁਲ ਛੋਟੇ ਛੋਟੇ ਹੋਰਨ ਮਾਰੋ। ਫਾਲਸੋ ਇੱਦਾਂ ਕਰਨ ਦੀ ਲੋੜ ਨਹੀਂ ਹੈਗੀ। Occorre invertire la marcia e sgomberare il luogo dell'incidente। ਕਹਿੰਦਾ ਚਾਹੀਦਾ ਹੈ ਕਿ ਆਪਾਂ ਆਪਣਾ ਸਫ਼ਰ ਦੀ ਦਿਸ਼ਾ ਬਦਲ ਲਈਏ। ਇਨਵਰਟੀਰੀਆ ਲਾ ਮਾਰਚਾ ਵੀ ਆਪਣੀ ਜਿਹੜਾ ਸਫ਼ਰ ਦੀ ਜਿਹੜੀ ਡਾਇਰੈਕਸ਼ਨ ਹੈ ਉਹਨੂੰ ਬਦਲ ਲਈਏ। esgomberare il luogo dell'incidente, ਤੇ ਜਿਹੜੀ ਜਿੱਥੇ ਐਕਸੀਡੈਂਟ ਹੋਇਆ ਉਸ ਜਗ੍ਹਾ ਨੂੰ ਛੱਡ ਦਿਓ, ਉਸ ਜਗ੍ਹਾ ਤੋਂ ਹਟ ਜਾਓ। ਫਾਲਸੋ ਆਪਾਂ ਆਪਣੀ ਦਿਸ਼ਾ ਨੂੰ ਨਹੀਂ ਬਦਲ ਸਕਦੇ ਵੀ, ਸਪੈਸ਼ਲੀ ਗੈਲਰੀ ਵਿੱਚ ਤੇ, ਠੀਕ ਹੈ ਜੀ, ਕਿਉਂਕਿ ਉੱਥੇ ਐਕਸੀਡੈਂਟ ਹੋਣ ਦਾ ਖਤਰਾ ਹੋਰ ਵੱਧ ਸਕਦਾ ਇੱਦਾਂ। occorre scaricare immediatamente il carico। ਕਹਿੰਦਾ ਐਕਸੀਡੈਂਟ ਹੋਇਆ ਇਸ ਕਰਕੇ ਜਿਹੜਾ ਤੁਹਾਡਾ ਸਮਾਨ, ਜਿਹੜਾ ਤੁਹਾਡਾ ਲੋਡ ਹੈ ਉਹਨੂੰ ਛੇਤੀ ਤੋਂ ਛੇਤੀ ਖਾਲੀ ਕਰ ਦਿਓ, ਉਹਨੂੰ ਛੇਤੀ ਛੇਤੀ ਉਤਾਰ ਦਿਓ। ਫਾਲਸੋ ਇੱਦਾਂ ਕਰਨਾ ਕੁਛ ਵੀ ਫਰਕ ਨਹੀਂ ਪੈਣ ਲੱਗਾ। ਸੋ ਠੀਕ ਹੈ ਜੀ, 133 ਕੰਪਲੀਟ ਹੋ ਚੁੱਕਿਆ ਹੈ। ਸੋ ਕੱਲ੍ਹ ਤੱਕ ਸ਼ਾਇਦ ਆਪਣਾ 5ਵਾਂ ਚੈਪਟਰ ਵੀ ਖਤਮ ਹੋ ਜਾਏਗਾ ਤੇ ਸ਼ੁਰੂ ਕਰਾਂਗੇ ਆਪਣਾ 6ਵਾਂ। ਸੋ ਹੁਣ ਗੱਲ ਕਰਦੇ ਹਾਂ ਆਪਣੀ ਪਿਛਲੀ ਵੀਡੀਓ 'ਚ ਪੁੱਛਿਆ ਗਿਆ ਸਵਾਲ ਤੇ ਨਵਾਂ ਸਵਾਲ, ਤੇ ਉਸ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਿੰਨੇ ਹਜੇ ਤੱਕ ਨਹੀਂ ਕੀਤਾ ਉਹ ਜ਼ਰੂਰ ਕਰ ਦਿਓ। ਸੋ 83 ਨੰਬਰ ਪੇਜ ਤੋਂ ਬਾਅਦ ਪਿਛਲੀ ਵੀਡੀਓ 'ਚ ਸਵਾਲ ਪੁੱਛਿਆ ਸੀ ਜਿਹਦੇ 'ਚ ਸੀ ਜੇਕਰ ਇਹ ਵਾਲਾ ਨਿਸ਼ਾਨ ਮੌਜੂਦ ਹੋਵੇ, ਇਜਾਜ਼ਤ ਹੈ ਸਫ਼ਰ ਕਰਨ ਦੀ, ਰਿਮੋਰਕੀ ਜਿਹੜੀ ਟਰਾਂਸਪੋਰਟ ਕਰਦੀਆਂ ਪਈਆਂ ਨੇ ਐਸਾ ਪਦਾਰਥ ਜਿਹੜਾ ਪਾਣੀ ਨੂੰ ਗੰਦਲਾ ਕਰ ਸਕਦਾ, ਠੀਕ ਹੈ। ਤੇ ਅੱਗੇ ਲਿਖਿਆ ਸੀ ਬਸ਼ਰਤੇ ਕਿ ਮੋਤਰੀਚੇ ਜਿਹੜਾ ਮੋਟਰ ਜਿਹੜੀ ਉਹਨੂੰ ਗੱਡੀ ਨੂੰ ਖਿੱਚਦੀ, ਜਿਹੜੀ ਰਿਮੋਰਕੀ ਨੂੰ ਖਿੱਚਦੀ ਪਈ ਹੈ ਉਹ ਖਾਲੀ ਹੋਵੇ। ਸੋ ਇਹ ਫਾਲਸੋ ਸੀ, ਮੋਟਰ ਖਾਲੀ ਭਰੀ ਕੋਈ ਚੱਕਰ ਨਹੀਂ। ਬਸ ਆਪਾਂ ਐਸੇ ਪਦਾਰਥ ਨੂੰ ਨਹੀਂ ਲੈ ਕੇ ਜਾ ਸਕਦੇ ਜਿਹੜਾ ਪਾਣੀ ਨੂੰ ਗੰਦਾ ਕਰ ਸਕਦਾ, ਠੀਕ ਹੈ ਜੀ। ਸੋ ਇਹ ਫਾਲਸੋ ਸੀ। ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਸੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ, ਤੇ ਜਿਨ੍ਹਾਂ ਨੇ ਗਲਤ ਦਿੱਤਾ ਸੀ ਕੋਈ ਚੱਕਰ ਨਹੀਂ, ਨਵੀਂ ਚੀਜ਼ ਸਿੱਖਿਓ। ਸੋ ਹੁਣ ਗੱਲ ਕਰਦੇ ਹਾਂ ਸਾਡੀ ਅੱਜ ਦੀ ਵੀਡੀਓ ਦੇ ਸਵਾਲ ਦੀ। ਸੋ ਸਾਡਾ ਅੱਜ ਦਾ ਸਵਾਲ, il pennello raffigurato va messo anche di lato quando il carico sporge oltre la larghezza del veicolo। ਆਪਣਾ ਜਵਾਬ ਮੈਨੂੰ ਜ਼ਰੂਰ ਦੱਸ ਦਿਓ ਕਮੈਂਟਾਂ ਵਿੱਚ, ਤੇ ਨਾਲ ਨਾਲ ਸਾਨੂੰ ਇਹ ਵੀ ਦੱਸਿਓ ਕਿ ਸਾਡਾ ਕੀਤਾ ਗਿਆ ਉਪਰਾਲਾ ਪਤੇਂਤੇ ਸੀ ਵਾਲਾ ਤੁਹਾਨੂੰ ਕਿੱਦਾਂ ਦਾ ਲੱਗਾ, ਤਾਂ ਜੋ ਸਾਨੂੰ ਇੱਕ ਹੌਸਲਾ ਮਿਲ ਸਕੇ। ਸੋ ਚੰਗਾ ਜੀ, ਮਿਲਾਂਗੇ ਆਪ ਸਭ ਜੀ ਨੂੰ ਨੈਕਸਟ ਵੀਡੀਓ ਵਿੱਚ। ਤਦ ਤੱਕ ਲਈ ਰੱਬ ਰਾਖਾ।